ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸ਼ਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਜੋ ਸ਼ਬਦ ਆਪਾਂ ਸਮਝਣ ਲਈ ਪ੍ਰਾਰੰਭ ਕਰਨਾ ਹੈ, ਮਾਝ ਰਾਗ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਿਆ ਹੋਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 124 ਤੇ ਦਰਜ ਹੈ ਅਤੇ ਸ਼ਬਦ ਦਾ ਨੰਬਰ 25 ਹੈ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਹਨ, ਪਹਿਲਾਂ ਆਪਾਂ ਉਹਨਾਂ ਵੱਲ ਥੋੜਾ ਧਿਆਨ ਲੈ ਚੱਲੀਏ। ਸਤਿਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਫਰਮਾ ਰਹੇ ਨੇ ਕਿ ਮੈਂ ਉਸ ਇਨਸਾਨ ਤੋਂ ਸਦਕੇ ਜਾਵਾਂ ਜਿਹੜਾ ਪਰਮੇਸ਼ਵਰ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤਿ ਅੰਮ੍ਰਿਤ ਪਿਆਵਣਿਆ। ਪਰਮੇਸ਼ਵਰ ਦਾ ਅੰਮ੍ਰਿਤ ਨਾਮ ਇੱਕ ਬਹੁਤ ਹੀ ਮਹਾਨ ਮਿੱਠਾ ਰਸ ਹੈ, ਪਰ ਇਹ ਮਿੱਠਾ ਰਸ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਸਾਨੂੰ ਦੋ ਚੀਜ਼ਾਂ ਦਰਸਾ ਰਹੇ ਨੇ। ਇੱਕ ਤਾਂ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਤੇ ਦੂਸਰਾ ਉਸ ਦੀ ਪ੍ਰਾਪਤੀ ਦਾ ਸਾਧਨ। ਪਰਮੇਸ਼ਵਰ ਦਾ ਅੰਮ੍ਰਿਤ ਨਾਮ, ਜਿਸ ਨੂੰ ਅਸੀਂ ਇੱਕ ਪਦਾਰਥ ਆਖ ਸਕਦੇ ਹਾਂ, ਅਸਲ ਵਿੱਚ ਜਦੋਂ ਕਿਸੇ ਮਨੁੱਖ ਦੀ ਸੂਰਤ ਸ਼ਬਦ ਨਾਲ ਜੁੜਦੀ ਹੈ, ਉਹ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਅੰਤਰ ਆਤਮੇ ਕਿੰਨੀ ਮਿਠਾਸ ਮਹਿਸੂਸ ਕਰਦਾ ਹੈ, ਕਿੰਨੀ ਸ਼ਾਂਤੀ ਮਹਿਸੂਸ ਕਰਦਾ ਹੈ, ਕਿੰਨਾ ਉਸ ਨੂੰ ਸਾਰਾ ਸੰਸਾਰ ਸੋਹਣਾ ਸੋਹਣਾ ਚੰਗਾ ਚੰਗਾ ਲੱਗਣ ਲੱਗ ਪੈਂਦਾ ਹੈ, ਕਿਉਂਕਿ ਉਹਦੇ ਅੰਦਰ ਉਹ ਵਸਤੂ ਆ ਗਈ ਹੈ ਜਿਹੜੀ ਵਸਤੂ ਮਿੱਠੀ ਹੈ ਅਤੇ ਜਿਸ ਦੇ ਅੰਦਰ ਆ ਗਈ ਉਸ ਨੂੰ ਸਦੀਵ ਕਾਲ ਲਈ ਮਿਰਤੂ ਰਹਿਤ ਬਣਾ ਦੇਣਾ ਹੈ। ਸੋ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਆਪ ਮਿਰਤੂ ਰਹਿਤ ਹੈ। ਜਿਹੜਾ ਇਸ ਨੂੰ ਛਕ ਲਵੇਗਾ ਉਹ ਵੀ ਮਿਰਤੂ ਰਹਿਤ ਹੋ ਜਾਏਗਾ। ਪਰ ਸ਼ਰਤ ਇਹ ਹੈ ਕਿ ਇਹ ਅੰਮ੍ਰਿਤ ਨਾਮ ਗੁਰੂ ਦੀ ਮੱਤ ਤੇ ਚੱਲ ਕੇ ਹੀ ਪ੍ਰਾਪਤ ਹੋ ਸਕਦਾ ਹੈ, ਹੋਰ ਇਸ ਦਾ ਕੋਈ ਤਰੀਕਾ ਨਹੀਂ। ਸੋ ਆਓ ਅਸੀਂ ਅੱਗੇ ਸ਼ਬਦ ਵਿੱਚੋਂ ਸਮਝਾਂਗੇ ਕਿ ਇਸ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਏ। ਇਹ ਨਾਮ ਅੰਮ੍ਰਿਤ ਹੈ ਕਿੱਥੇ ਆ? ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਇਸ ਨੂੰ ਬੜੇ ਵਿਸਥਾਰ ਨਾਲ ਸਾਨੂੰ ਸਮਝਾਇਆ ਹੋਇਆ ਹੈ। ਸ਼ਬਦ ਦਾ ਪਹਿਲਾ ਬੰਦ ਹੈ, ਜਿਸ ਵਿੱਚ ਆਪ ਜੀ ਫਰਮਾ ਰਹੇ ਨੇ, ਇਸ ਗੁਫਾ ਮੈਂ ਅਖੁੱਟ ਭੰਡਾਰਾ। ਇਹ ਜਿਹੜਾ ਨਾਮ ਦਾ ਭੰਡਾਰ ਹੈ, ਜਿਸ ਦੀ ਗੱਲ ਆਪਾਂ ਉੱਤੇ ਵੇਖੀਏ ਕਿ ਇਹ ਅੰਮ੍ਰਿਤ ਨਾਮ ਹੈ, ਇਸ ਨੂੰ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ ਜਿਹੜਾ ਮਨੁੱਖ ਇਸ ਨੂੰ ਪ੍ਰਾਪਤ ਕਰ ਲਵੇ ਉਹ ਮਿਰਤੂ ਰਹਿਤ ਹੋ ਜਾਂਦਾ ਹੈ। ਪਰ ਅਸੀਂ ਲੋਕ ਸੰਸਾਰੀ ਇਸ ਅੰਮ੍ਰਿਤ ਨੂੰ ਵੀ ਬਾਹਰ ਹੀ ਖੋਜਦੇ ਰਹੇ।
ਸ਼ਾਹ ਸਿਕੰਦਰ ਵਰਗੇ ਪਹਾੜਾਂ ਦੀਆਂ ਕੰਦਰਾਂ ਵਿੱਚ ਇਸ ਅੰਮ੍ਰਿਤ ਨੂੰ ਲੱਭਦੇ ਰਹੇ। ਕਈ ਲੋਕ ਐਸਾ ਭਾਲਦੇ ਰਹੇ ਕਿ ਸ਼ਾਇਦ ਕਿਤੇ ਕੋਈ ਇੱਕ ਚਸ਼ਮਾ ਚੱਲ ਰਿਹਾ ਹੈ ਅੰਮ੍ਰਿਤ ਦਾ, ਉੱਥੋਂ ਜਾ ਕੇ ਅੰਮ੍ਰਿਤ ਪੀ ਲਈਏ ਤੇ ਅਮਰ ਹੋ ਜਾਈਦਾ ਹੈ। ਪਰ ਸਤਿਗੁਰੂ ਜੀ ਦੀ ਇਹ ਮੱਤ ਨਹੀਂ ਹੈ। ਸਤਿਗੁਰੂ ਜੀ ਦੀ ਮੱਤ ਹੈ ਕਿ ਅੰਮ੍ਰਿਤ ਤੁਹਾਡੇ ਅੰਦਰ ਹੈ। ਜਿੰਨਾ ਚਿਰ ਮਨੁੱਖ ਅੰਤਰਮੁਖੀ ਨਹੀਂ ਹੁੰਦਾ, ਬਾਹਰੋਂ ਭਾਵੇਂ ਲੱਖ ਅੰਮ੍ਰਿਤ ਪੀਂਦਾ ਫਿਰੇ, ਇਹ ਅਮਰ ਨਹੀਂ ਹੋ ਸਕੇਗਾ। ਅਮਰ ਉਦੋਂ ਹੀ ਹੋਏਗਾ ਜਦੋਂ ਇਹ ਮਨੁੱਖ ਆਪਣੇ ਅੰਦਰ ਉਤਰੇਗਾ, ਆਪਣੇ ਅੰਦਰ ਝਾਤੀ ਮਾਰੇਗਾ, ਤੇ ਜਦੋਂ ਇਸ ਨੂੰ ਆਪਣੇ ਅੰਦਰੋਂ ਹੀ ਇਹ ਭੰਡਾਰਾ ਲੱਭ ਗਿਆ, ਫਿਰ ਸਮਝੋ ਇਹ ਮ੍ਰਿਤੂ ਰਹਿਤ ਜ਼ਰੂਰ ਹੋ ਜਾਏਗਾ। ਇਹ ਭੰਡਾਰਾ ਇਸ ਗੁਫਾ ਮਹਿ ਅਖੁੱਟ ਭੰਡਾਰਾ। ਇਸ ਗੁਫਾ ਦੇ ਅੰਦਰ, ਗੁਫਾ ਦਾ ਮਤਲਬ ਹੈ ਸਰੀਰ। ਇਹ ਸਰੀਰ ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਬਚਨ ਕਰਦਿਆਂ ਐਸਾ ਹੀ ਸਾਨੂੰ ਸਮਝਾਇਆ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪਰਮੇਸ਼ਵਰ ਨੇ ਇਸ ਜੀਵ ਆਤਮਾ ਨੂੰ ਇਸ ਸਰੀਰ ਰੂਪ ਗੁਫਾ ਵਿੱਚ ਰੱਖ ਕੇ ਸਵਾਸਾਂ ਦਾ ਵਾਜਾ, ਭਾਵ ਇਸ ਦੇ ਵਿੱਚ ਸਵਾਸਾਂ ਦੀ ਰੌਂ ਜਿਹੜੀ ਜਾਰੀ ਕਰ ਦਿੱਤੀ। ਸੋ ਗੁਫਾ ਦਾ ਮਤਲਬ ਹੈ ਸਰੀਰ। ਇਸ ਸਰੀਰ ਦੇ ਅੰਦਰ ਸ਼ੁਭ ਗੁਣਾ ਰੂਪ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਰੂਪ ਅਖੁੱਟ ਭੰਡਾਰਾ ਭਰਿਆ ਪਿਆ ਹੈ। ਕੇਵਲ ਪਰਮੇਸ਼ਵਰ ਦਾ ਨਾਮ ਰੂਪ ਭੰਡਾਰਾ ਜਾਂ ਸ਼ੁਭ ਗੁਣਾ ਰੂਪ ਭੰਡਾਰਾ ਹੀ ਨਹੀਂ, ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਇਸੇ ਸਰੀਰ ਵਿੱਚ ਹੀ ਜੋ ਲਖਤਾ ਤੋਂ ਪਰੇ ਹੈ ਅਕਾਲ ਪੁਰਖ ਵਾਹਿਗੁਰੂ, ਅਤੇ ਜੋ ਬੇਅੰਤ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਪਰਮਾਤਮਾ ਵੀ ਇਸ ਸਰੀਰ ਦੇ ਅੰਦਰ ਹੀ ਨਿਵਾਸ ਰੱਖਦਾ ਹੈ। ਵੈਸੇ ਸਾਡੇ ਸੰਸਾਰਿਕ ਲੋਕਾਂ ਨੇ ਪਰਮਾਤਮਾ ਦੀ ਪ੍ਰਾਪਤੀ ਲਈ, ਯਾਨੀ ਜਿਵੇਂ ਪਰਮਾਤਮਾ ਨੂੰ ਉਹ ਸਰੀਰ ਧਾਰੀ ਹੋਵੇ ਤੇ ਅਸੀਂ ਉਸ ਨੂੰ ਮਿਲਣਾ ਹੋਵੇ, ਉਹਨੂੰ ਜੰਗਲਾਂ ਬੀਆਬਾਨਾਂ ਵਿੱਚ ਖੋਜਿਆ, ਉਹਨੂੰ ਪਹਾੜਾਂ ਦੀਆਂ ਕੰਦਰਾਂ ਤੇ ਗੁਫਾਵਾਂ ਵਿੱਚ ਬਹਿ ਕੇ ਖੋਜਿਆ, ਪਰ ਇਸ ਤਰ੍ਹਾਂ ਕਿਸੇ ਨੂੰ ਕਦੇ ਵੀ ਨਹੀਂ ਮਿਲਿਆ। ਜਿਸ ਨੂੰ ਵੀ ਰੱਬ ਅੱਜ ਤੱਕ ਮਿਲਿਆ, ਉਸ ਨੂੰ ਉਸ ਦੇ ਅੰਦਰੋਂ ਹੀ ਮਿਲਿਆ। ਤਿਸ ਵਿੱਚ ਗੁਰੂ ਸਾਹਿਬ ਆਖਦੇ ਨੇ ਕਿ ਇਸ ਗੁਫਾ ਦੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੋ ਲਖਤਾ ਤੋਂ ਪਰੇ ਅਤੇ ਬੇਅੰਤ ਹੈ, ਇਹਦੇ ਵਿੱਚ ਨਿਵਾਸ ਰੱਖਦਾ ਹੈ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਵੰਝਾਵਣਿਆ। ਉਹ ਪਰਮਾਤਮਾ ਇਸ ਸਰੀਰ ਦੇ ਅੰਦਰ ਗੁਪਤ ਰੂਪ ਵਿੱਚ ਵੀ ਆਪ ਹੀ ਨਿਵਾਸ ਰੱਖਦਾ ਹੈ, ਅਤੇ ਸਮੁੱਚੇ ਬ੍ਰਹਿਮੰਡ ਦੇ ਵਿੱਚ ਪ੍ਰਗਟ ਰੂਪ ਵਿੱਚ ਵੀ ਇਹ ਉਸੇ ਦਾ ਹੀ ਨਿਵਾਸ ਹੈ। ਇਹ ਗੱਲ ਸਮਝ ਕਿਹਨੂੰ ਪੈਂਦੀ ਏ? ਜਿਹੜਾ ਗੁਰੂ ਦੇ ਸ਼ਬਦ ਦੁਆਰਾ ਆਪਣਾ ਆਪਾ ਗਵਾ ਦੇਵੇ। ਵੰਝਾਵਣਿਆ ਤੋਂ ਮਤਲਬ ਹੈ ਗਵਾ ਦੇਣਾ, ਛੱਡ ਦੇਣਾ। ਜਿਹੜਾ ਆਪਣਾ ਆਪਾ ਛੱਡ ਦੇਵੇ, ਆਪਣੀ ਆਪਨੱਤ ਗਵਾ ਦੇਵੇ ਗੁਰੂ ਦੇ ਸ਼ਬਦ ਦੁਆਰਾ, ਉਸ ਨੂੰ ਇਹ ਸਮਝ ਪੈ ਜਾਂਦੀ ਏ ਕਿ ਪਰਮਾਤਮਾ ਗੁਪਤ ਰੂਪ ਵਿੱਚ ਸਾਡੇ ਸਰੀਰ ਵਿੱਚ ਅੰਦਰ ਵਰਤ ਰਿਹਾ ਹੈ, ਪ੍ਰਗਟ ਰੂਪ ਵਿੱਚ ਇਹ ਸਾਰੇ ਬ੍ਰਹਿਮੰਡ ਵਿੱਚ ਮਾਲਕ ਇਸ ਤਰ੍ਹਾਂ ਹੀ ਵਿਆਪਕ ਹੈ ਜਿਵੇਂ ਆਕਾਸ਼ ਵਿਆਪਕ ਹੈ। ਉਹ ਪਰਮਾਤਮਾ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ, ਇਸ ਸਰੀਰ ਵਿੱਚ ਵੀ ਤੇ ਇਸ ਤੋਂ ਬਾਹਰ ਵੀ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਸਭ ਕਿਛ ਘਰ ਮੈਂ ਹੈ ਬਾਹਰ ਨਾਹੀਂ। ਇਹ ਸਾਰਾ ਦਾ ਸਾਰਾ ਭੰਡਾਰਾ ਸ਼ੁਭ ਗੁਣਾ ਰੂਪ, ਪਰਮੇਸ਼ਵਰ ਦਾ ਅੰਮ੍ਰਿਤ ਨਾਮ ਰੂਪ ਅਤੇ ਪਰਮੇਸ਼ਰ ਖੁਦ ਸਭ ਕਿਛ ਘਰ ਮੈਂ, ਸਾਰਾ ਕੁਝ ਜੋ ਉੱਤੇ ਬਿਆਨ ਕੀਤਾ ਗਿਆ ਹੈ ਉਹ ਇਸ ਸਰੀਰ ਦੇ ਅੰਦਰ ਹੀ ਹੈ, ਬਾਹਰ ਨਹੀਂ। ਭਾਵ ਜਿਸ ਢੰਗ ਨਾਲ ਅਸੀਂ ਬਾਹਰ ਢੂੰਡਦੇ ਹਾਂ ਉਸ ਢੰਗ ਨਾਲ ਉਹ ਬਾਹਰ ਨਹੀਂ ਹੈ। ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਕਿਤੇ ਬਾਹਰ ਜੰਗਲਾਂ ਬੀਆਬਾਨਾਂ 'ਚ ਲੱਭਦਾ ਫਿਰਦਾ ਹੈ, ਮਾਨੋ ਭਰਮ ਵਿੱਚ ਪੈ ਕੇ ਭਟਕਦਾ ਫਿਰਦਾ ਹੈ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ,
ਸੋ ਅੰਤਰ ਬਾਹਰ ਸੁਹੇਲਾ ਜੀਓ। ਜਿਸ ਕਿਸੇ ਮਨੁੱਖ ਨੇ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਵਰ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ, ਉਹ ਫਿਰ ਅੰਤਰ ਬਾਹਰ ਆਪਣੇ ਅੰਦਰ ਝਾਤੀ ਮਾਰਦਾ ਹੈ, ਅੰਦਰ ਵੀ ਉਸ ਨੂੰ ਸ਼ਾਂਤੀ ਮਹਿਸੂਸ ਹੁੰਦੀ ਏ। ਜੇ ਬਾਹਰ ਵੇਖਦਾ ਹੈ ਤੇ ਬਾਹਰ ਵੀ ਉਸ ਨੂੰ ਸ਼ਾਂਤੀ ਹੀ ਮਹਿਸੂਸ ਹੁੰਦੀ ਏ। ਤੇ ਉਹ ਅੰਦਰ ਹੋਵੇ ਭਾਵੇਂ ਬਾਹਰ ਹੋਵੇ, ਉਹ ਆਪਣਾ ਜੀਵਨ ਬੜਾ ਸੁਹੇਲੇ ਢੰਗ ਨਾਲ ਬਤੀਤ ਕਰਦਾ ਹੈ। ਸੋ ਸਤਿਗੁਰੂ ਜੀ ਨੇ ਇਸ ਬਾਣੀ ਦੇ ਪਹਿਲੇ ਬੰਦ ਵਿੱਚ ਸਾਨੂੰ ਪਰਮਾਤਮਾ ਦੇ ਬਾਰੇ ਜਾਣਕਾਰੀ ਦਿੱਤੀ ਕਿ ਪਰਮਾਤਮਾ ਇਸ ਸਰੀਰ ਰੂਪ ਗੁਫਾ ਦੇ ਵਿੱਚ ਹੀ ਬੈਠਾ ਹੋਇਆ ਹੈ। ਉਸ ਨੂੰ ਬਾਹਰ ਲੱਭਣ ਦੀ ਤੇ ਇਸ ਭਟਕਣਾ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ। ਆਪ ਜੀ ਦੇ ਨਾਲ ਮੈਂ ਇਸੇ ਜਗ੍ਹਾ ਤੇ ਇੱਕ ਸ਼ਬਦ ਜੋ ਭਗਤ ਪੀਪਾ ਜੀ ਨੇ ਉਚਾਰਿਆ ਹੈ ਉਹ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਇਸ ਗੁਫਾ ਦੀ ਗੱਲ ਕਰ ਰਹੇ ਨੇ, ਇਸ ਸਰੀਰ ਦੀ ਗੱਲ ਕਰਦੇ ਨੇ, ਤੇ ਸਰੀਰ ਦੀ ਗੱਲ ਕਰਦਿਆਂ ਉਹ ਇਹ ਸਮਝਾ ਰਹੇ ਨੇ ਕਿ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਨਿਵਾਸ ਰੱਖਦਾ ਹੈ, ਉਸ ਨੂੰ ਬਾਹਰ ਲੱਭਣ ਜਾਣ ਦੀ ਕਿਤੇ ਸਾਨੂੰ ਜ਼ਰੂਰਤ ਨਹੀਂ। ਭਗਤ ਪੀਪਾ ਜੀ ਬਿਲਕੁਲ ਇਹੋ ਹੀ ਗੱਲ ਸਾਨੂੰ ਆਪਣੇ ਸ਼ਬਦਾਂ ਵਿੱਚ ਦ੍ਰਿੜ ਕਰਵਾਉਂਦੇ ਨੇ। ਸੋ ਆਓ ਆਪਾਂ ਉਸ ਨੂੰ ਵੀ ਸਮਝਦੇ ਹਾਂ। ਪਹਿਲਾਂ ਥੋੜਾ ਜਿਹਾ ਭਗਤ ਪੀਪਾ ਜੀ ਦੇ ਬਾਰੇ, ਜ਼ਿਆਦਾ ਨਹੀਂ ਪਰ ਸੰਖੇਪ ਜਿਹਾ। ਭਗਤ ਪੀਪਾ ਜੀ ਆਪਣੇ ਵਕਤ ਦੇ ਅਤੇ ਆਪਣੇ ਇਲਾਕੇ ਦੇ ਇੱਕ ਰਾਜਾ ਸਨ। ਰਾਜਾ ਹੁੰਦਿਆਂ ਉਹਨਾਂ ਕੋਲ ਕਿਸੇ ਪ੍ਰਕਾਰ ਦੀ ਵੀ ਕੋਈ ਐਸ਼ੋ ਇਸ਼ਰਤ ਦੇ ਸਮਾਨ ਦੀ ਕਮੀ ਨਹੀਂ ਸੀ। ਉਹ ਬੜੇ ਸੁਖੀ ਜੀਵਨ ਬਤੀਤ ਕਰਦੇ ਸਨ। ਇੱਕ ਦਿਨ ਇਤਿਹਾਸ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਨਗਰ ਦੇ ਬਾਹਰ ਇੱਕ ਸਾਧੂਆਂ ਦੀ ਮੰਡਲੀ ਆ ਗਈ। ਜਦੋਂ ਸਾਧੂਆਂ ਦੀ ਮੰਡਲੀ ਦਾ ਪਤਾ ਲੱਗਾ ਤੇ ਉਹਨੇ ਰਾਜੇ ਪੀਪੇ ਨੇ ਆਪਣੀਆਂ ਰਾਣੀਆਂ ਨਾਲ ਸਲਾਹ ਕੀਤੀ ਕਿ ਸਾਧੂਆਂ ਦੀ ਮੰਡਲੀ ਆਈਏ, ਆਪਾਂ ਵੀ ਇਹਨਾਂ ਨੂੰ ਘਰੇ ਬੁਲਾ ਕੇ ਭੋਜਨ ਛਕਾਈਏ ਤੇ ਉਹਨਾਂ ਦੀ ਸੰਗਤ ਕਰੀਏ, ਕੋਈ ਗੱਲਬਾਤ ਉਹਨਾਂ ਤੋਂ ਸੁਣੀਏ ਵੀ ਇਹ ਘਰ-ਬਾਰ ਛੱਡ ਕੇ ਕਿਉਂ ਤੁਰੇ ਫਿਰਦੇ ਨੇ, ਕਿਸ ਕਾਰਨ ਇਹ ਇਸ ਤਰ੍ਹਾਂ ਦਾ ਭੇਸ ਬਣਾ ਕੇ ਤੇ ਸੰਸਾਰ ਵਿੱਚ ਵਿਚਰਦੇ ਨੇ। ਉਹਨਾਂ ਨੂੰ ਘਰ ਬੁਲਾਇਆ, ਪ੍ਰਸ਼ਾਦਾ ਪਾਣੀ ਛਕਾਇਆ, ਗੱਲਬਾਤ ਸ਼ੁਰੂ ਹੋਈ। ਇਹੋ ਹੀ ਸਭ ਕੁਝ ਵਾਰਤਾਲਾਪ ਹੋਇਆ ਤੇ ਸਾਧੂਆਂ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਇਹ ਗੱਲ ਆਖੀ ਕਿ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਜਿਹੜਾ ਪਰਮਾਤਮਾ ਸਾਡੇ ਅੰਦਰ ਵੀ ਵਸਦਾ ਹੈ ਤੇ ਜਿਹੜਾ ਪਰਮਾਤਮਾ ਇਸ ਬਾਹਰ ਬ੍ਰਹਿਮੰਡ ਵਿੱਚ ਵੀ ਨਿਵਾਸ ਰੱਖਦਾ ਹੈ। ਰਾਜਾ ਪੀਪਾ ਉਹਨਾਂ ਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਸਨੇ ਪੁੱਛਿਆ ਕਿ ਇਹ ਗੱਲ ਸੱਚੀ ਹੈ ਕਿ ਪਰਮਾਤਮਾ ਸਾਡੇ ਅੰਦਰ ਹੀ ਰਹਿੰਦਾ ਹੈ। ਸਾਧੂ ਭਲੇ ਸਨ, ਪ੍ਰਭੂ ਦੀ ਭਗਤੀ ਵਾਲੇ ਸਨ। ਉਹਨਾਂ ਆਖਿਆ, ਹਾਂ ਰਾਜਨ, ਪਰਮਾਤਮਾ ਬਾਹਰ ਬ੍ਰਹਿਮੰਡ ਵਿੱਚ ਵੀ ਹੈ, ਸੰਸਾਰ ਵਿੱਚ ਵੀ ਹੈ, ਪਰ ਜੇ ਉਸ ਦੀ ਪ੍ਰਾਪਤੀ ਕਰਨੀ ਹੋਵੇ ਤੇ ਸਾਨੂੰ ਬਾਹਰ ਭਟਕਣ ਦੀ ਜ਼ਰੂਰਤ ਨਹੀਂ। ਅਸੀਂ ਉਸ ਨੂੰ ਆਪਣੇ ਅੰਦਰੋਂ ਹੀ ਮਹਿਸੂਸ ਕਰ ਸਕਦੇ ਹਾਂ ਜਾਂ ਆਪਣੇ ਅੰਦਰੋਂ ਹੀ ਉਸ ਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ। ਜਦੋਂ ਰਾਜੇ ਨੇ ਬਚਨ ਸੁਣੇ ਤੇ ਉਹਨਾਂ ਨੂੰ ਪੁੱਛਿਆ ਕਿ ਅੰਦਰ ਪ੍ਰਾਪਤੀ ਦਾ ਸਾਧਨ ਕੀ ਹੈ, ਤਰੀਕਾ ਕੀ ਹੈ, ਤੇ ਉਹਨਾਂ ਸਾਧੂਆਂ ਨੇ ਆਖਿਆ ਤਰੀਕਾ ਇੱਕੋ ਹੀ ਹੈ, ਸਤਿਗੁਰੂ, ਹੋਰ ਕੋਈ ਤਰੀਕਾ ਨਹੀਂ। ਪਰ ਅੱਜ ਸਾਡੇ ਕੋਲ ਸਤਿਗੁਰੂ ਸ਼ਬਦ ਰੂਪ ਵਿੱਚ ਹੈ, ਪਰ ਭਗਤ ਪੀਪਾ ਕੋਲ ਸਤਿਗੁਰੂ ਸ਼ਬਦ ਰੂਪ ਵਿੱਚ ਨਹੀਂ ਸੀ। ਇਤਿਹਾਸ ਦੱਸਦਾ ਹੈ ਕਿ ਉਸਨੇ ਫਿਰ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਪ੍ਰਭੂ ਦੀ ਭਗਤੀ ਆਰੰਭ ਕੀਤੀ। ਘਰ ਵਿੱਚ ਬੈਠ ਕੇ ਭਗਤੀ ਕਰਦਿਆਂ ਕਰਦਿਆਂ ਉਹਦੀ ਸੁਰਤ ਜਿਹੜੀ ਸੀ ਉਹ ਅੰਤਰਮੁਖੀ ਹੋਣੀ ਪ੍ਰਾਰੰਭ ਹੋ ਗਈ। ਜਿਵੇਂ ਹੀ ਕਿਸੇ ਜਗਿਆਸੂ ਦੀ ਸੁਰਤ ਅੰਤਰਮੁਖੀ ਹੋਣੀ ਸ਼ੁਰੂ ਹੋ ਜਾਏ, ਉਸ ਨੂੰ ਸਭ ਤੋਂ ਪਹਿਲਾਂ ਦੋ ਚੀਜ਼ਾਂ ਵਿਸਰ ਜਾਂਦੀਆਂ ਨੇ। ਉਹ ਦੋ ਚੀਜ਼ਾਂ ਹੁੰਦੀਆਂ ਨੇ, ਸਮਾਂ ਤੇ ਸਥਾਨ, ਕਿ ਮੈਂ ਕਿੱਥੇ ਬੈਠਾ ਤੇ ਮੈਂ ਕਿੰਨੇ ਚਿਰ ਦਾ ਬੈਠਾ। ਇਹ ਦੋ ਚੀਜ਼ਾਂ ਸਭ ਤੋਂ ਪਹਿਲਾਂ ਉਸ ਨੂੰ ਵਿਸਰਦੀਆਂ ਸੀ। ਪਿੱਛੇ ਸਮਝਿਆ ਸੀ ਦੋ ਚੀਜ਼ਾਂ ਉਹ ਮਹਿਸੂਸ ਕਰਦਾ ਹੈ, ਇੱਕ ਅਨਹਦ ਸ਼ਬਦ ਮਹਿਸੂਸ ਕਰਦਾ ਹੈ ਤੇ ਇੱਕ ਪ੍ਰਕਾਸ਼ ਨੂੰ ਆਪਣੇ ਅੰਦਰ ਵੇਖਦਾ ਹੈ।
ਦੋ ਚੀਜ਼ਾਂ ਮਹਿਸੂਸ ਕਰਦਾ ਹੈ ਤੇ ਦੋ ਚੀਜ਼ਾਂ ਉਸ ਨੂੰ ਵਿਸਰਦੀਆਂ ਨੇ, ਸਮਾਂ ਤੇ ਸਥਾਨ। ਭਗਤ ਪੀਪਾ ਜੀ ਆਪਣੇ ਘਰ ਵਿੱਚ ਹੀ ਬੈਠਦੇ ਨੇ ਭਾਵੇਂ, ਪਰ ਜਿਵੇਂ ਸੁਰਤ ਅੰਤਰਮੁਖੀ ਹੋਣੀ ਸ਼ੁਰੂ ਹੋਈ, ਉਹਨਾਂ ਨੂੰ ਸਮਾਂ ਤੇ ਸਥਾਨ ਭੁੱਲਣਾ ਪ੍ਰਾਰੰਭ ਹੋ ਗਿਆ। ਸ਼ਬਦ ਤੇ ਪ੍ਰਕਾਸ਼, ਇਹ ਦੋ ਚੀਜ਼ਾਂ ਉਹਨਾਂ ਨੂੰ ਅੰਤਰ ਮਹਿਸੂਸ ਹੋਣੀਆਂ ਸ਼ੁਰੂ ਹੋ ਗਈਆਂ। ਜਿਵੇਂ ਜਿਵੇਂ ਅਭਿਆਸ ਵੱਧਦਾ ਗਿਆ, ਇੱਕ ਵਕਤ ਐਸਾ ਆਇਆ ਕਿ ਆਪਣੇ ਸਤਿਗੁਰੂ ਦੀ ਕਿਰਪਾ ਨਾਲ ਉਸ ਨੇ ਜਿਸ ਅੰਮ੍ਰਿਤ ਨਾਮ ਨੂੰ ਜਾਂ ਅਲੱਖ ਅਪਾਰ ਪ੍ਰਭੂ ਨੂੰ ਉਹ ਖੋਜ ਰਿਹਾ ਸੀ, ਆਪਣੇ ਅੰਦਰੋਂ ਹੀ ਉਸ ਨੂੰ ਪ੍ਰਾਪਤ ਹੋ ਗਿਆ। ਜਿਵੇਂ ਹੀ ਪ੍ਰਾਪਤ ਹੋਇਆ ਤੇ ਉਸਨੇ ਇਹ ਸ਼ਬਦ ਉਚਾਰਨ ਕੀਤਾ। ਇੱਕੋ ਇੱਕ ਸ਼ਬਦ ਹੈ ਭਗਤ ਪੀਪਾ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਰਾਗ ਧਨਾਸਰੀ ਵਿੱਚ ਤੇ ਪੰਨਾ ਨੰਬਰ 695 ਤੇ। ਉਹਦਾ ਜੋ ਰਹਾਉ ਵਾਲਾ ਬੰਦ ਹੈ, ਉਸ ਵਿੱਚ ਉਹ ਆਖਦੇ ਨੇ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਕਾਇਆ ਮੈਨੇ ਸਰੀਰ, ਇਸ ਨੂੰ ਕਾਇਆ ਵੀ ਆਖਿਆ ਜਾ ਸਕਦਾ ਹੈ, ਕਾਇਆ ਬਿੰਦੀ ਸਹਿਤ ਵੀ ਆਖਿਆ ਜਾ ਸਕਦਾ ਹੈ। ਬਹੁ ਖੰਡ, ਇਹ ਸਰੀਰ ਦੇ ਅੰਤਰਮੁਖੀ ਖੰਡ, ਕਿਉਂਕਿ ਸਾਡੇ ਸਰੀਰ ਵਿੱਚ ਅੱਜ ਸਾਇੰਸ ਵੀ ਦੱਸਦੀ ਹੈ ਤੇ ਯੋਗਾ ਵਾਲੇ ਜਾਂ ਹੋਰ ਮਹਾਂਪੁਰਸ਼ ਜਿਨ੍ਹਾਂ ਨੇ ਬਿਰਤੀ ਨੂੰ ਅੰਤਰਮੁਖੀ ਕੀਤਾ ਹੈ, ਉਹ ਇਹਦੇ ਵਿੱਚ ਕੁਝ ਸਥਾਨ ਦੱਸਦੇ ਨੇ ਜਿੱਥੇ ਜਿੱਥੇ ਮਨੁੱਖ ਦੀ ਸੁਰਤ ਟਿਕਦੀ ਏ ਤੇ ਉਥੋਂ ਉਹਨੂੰ ਕੁਝ ਮਹਿਸੂਸ ਹੁੰਦਾ ਹੈ। ਇਸ ਗੱਲ ਨੂੰ ਭਗਤ ਜੀ ਬਹੁ ਖੰਡ ਆਖਦੇ ਨੇ। ਕਾਇਆ ਬਹੁ ਖੰਡ ਖੋਜ ਤੇ, ਇਸ ਸਰੀਰ ਦੇ ਬਹੁਤ ਸਾਰੇ ਖੰਡਾਂ ਵਿੱਚ ਖੋਜਦਿਆਂ ਖੋਜਦਿਆਂ ਨਵ ਨਿਧ ਪਾਈ, ਮੈਂ 9 ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਕਰ ਲਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ, 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਜਿਹੜਾ ਪਰਮੇਸ਼ਵਰ ਦਾ ਅੰਮ੍ਰਿਤ ਨਾਮ, ਇਹ ਬਾਹਰ ਨਹੀਂ ਹੈ ਕਿਤੇ ਵੀ, ਇਹ ਅਸਲ ਵਿੱਚ ਅੰਦਰ ਹੀ ਹੈ। ਤੇ ਅੰਦਰੋਂ ਸਾਨੂੰ ਕਿਵੇਂ ਪ੍ਰਾਪਤ ਹੁੰਦਾ ਹੈ? ਜਦੋਂ ਅਸੀਂ ਗੁਰੂ ਦੇ ਬਚਨ ਸੁਣਦੇ ਹਾਂ, ਗੁਰੂ ਦੇ ਸ਼ਬਦ ਸੁਣਦੇ ਹਾਂ, ਤੇ ਉਹ ਅਸਲ ਵਿੱਚ ਸਾਡੇ ਕੰਨਾਂ ਰਾਹੀਂ ਅੰਦਰ ਹੀ ਜਾਂਦੇ ਨੇ। ਚਾਹੇ ਉਹ ਸਾਡੇ ਦਿਮਾਗ ਵਿੱਚ ਉਤਰਦੇ ਨੇ ਪਹਿਲਾਂ, ਚਾਹੇ ਉਹ ਸਾਡੇ ਮਨ ਜਾਂ ਦਿਲ ਦੀਆਂ ਗਹਿਰਾਈਆਂ ਵਿੱਚ ਚਲੇ ਜਾਣ, ਚਾਹੇ ਸਾਡੀ ਮਤ ਜਾਂ ਬੁੱਧੀ ਵਿੱਚ ਚਲੇ ਜਾਣ, ਅਸਲ ਵਿੱਚ ਉਹ ਸ਼ਬਦ ਸਾਡੇ ਅੰਦਰ ਹੀ ਜਾਂਦੇ ਨੇ। ਜਿਵੇਂ ਜਿਵੇਂ ਉਹਨਾਂ ਸ਼ਬਦਾਂ ਦੇ ਉੱਤੇ ਅਸੀਂ ਅਭਿਆਸ ਕਰਦੇ ਹਾਂ, ਤਿਵੇਂ ਤਿਵੇਂ ਸਾਡੀ ਅੰਦਰ ਦੀ ਜਿਹੜੀ ਖੋਜ ਹੈ ਨਾ, ਜਾਂ ਇਸ ਤਰ੍ਹਾਂ ਆਖੋ ਜਿਹੜੀ ਅੰਦਰ ਦੀ ਯਾਤਰਾ ਹੈ, ਉਹ ਪ੍ਰਾਰੰਭ ਹੋ ਜਾਂਦੀ ਹੈ। ਸੋ ਖੋਜਦਿਆਂ ਖੋਜਦਿਆਂ ਭਗਤ ਪੀਪਾ ਜੀ ਆਖਦੇ ਨੇ, ਮੈਂ ਉਸ 9 ਨਿਧ ਰੂਪ ਖਜ਼ਾਨਾ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਜਿਹੜਾ ਮੇਰੇ ਅੰਦਰ ਹੀ ਸੀ। ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ। ਭਗਤ ਜੀ ਆਖਦੇ ਨੇ ਕਿ ਜਦੋਂ ਮੈਂ ਪਰਮੇਸ਼ਵਰ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ, ਉਹਦੇ ਨਾਲ ਮੇਰੀ ਡੂੰਘੀ ਸਾਂਝ ਬਣ ਗਈ, ਜਾਣ ਪਹਿਚਾਨ ਹੋ ਗਈ, ਤੇ ਇਹ ਗੱਲ ਸਮਝ ਵਿੱਚ ਆ ਗਈ ਕਿ ਇਸ ਪੂਰੇ ਬ੍ਰਹਿਮੰਡ ਦੇ ਅੰਦਰ ਨਾ ਕੁਝ ਆਉਂਦਾ ਹੈ ਕਿਤੋਂ ਤੇ ਨਾ ਕੁਝ ਕਿਤੇ ਜਾਂਦਾ ਹੈ। ਸਭ ਕੁਝ ਇਹ ਪਰਮਾਤਮਾ ਦਾ ਰੂਪ ਹੈ। ਇਹ ਪਰਮਾਤਮਾ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਕੁਝ ਨਾ ਬਾਹਰੋਂ ਆਇਆ ਹੈ ਤੇ ਨਾ ਕਦੀ ਕੁਝ ਬਾਹਰ ਗਿਆ, ਸਭ ਕੁਝ ਉਸ ਮਾਲਕ ਦੇ ਵਿੱਚ ਹੈ। ਰਾਮ ਕੀ ਦੁਹਾਈ, ਭਾਵ ਮੈਂ ਪਰਮੇਸ਼ਵਰ ਦੀ ਇਸ ਵਿਵਸਥਾ ਨੂੰ ਉੱਚੀ ਪੁਕਾਰ ਕੇ ਕਹਿ ਰਿਹਾ ਹਾਂ। ਸੋ ਭਗਤ ਜੀ ਸਾਨੂੰ ਇਹ ਗੱਲ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਮਝਾਉਂਦੇ ਨੇ ਕਿ ਜੇ ਭਾਈ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਚਾਹੁੰਦੇ ਹੋ, ਪਰਮਾਤਮਾ ਨਾਲ ਆਪਣੀ ਜਾਣ ਪਹਿਚਾਣ ਬਣਾਉਣਾ ਚਾਹੁੰਦੇ ਹੋ, ਤੇ ਮੈਂ ਰੱਬ ਦੀ ਦੁਹਾਈ ਦੇ ਕੇ ਇਹ ਗੱਲ ਕਹਿਣਾ ਕਿ ਉਹ ਬਾਹਰ ਨਹੀਂ ਲੱਭੇਗਾ। ਉਸ ਨੂੰ ਲੱਭਣ ਲਈ ਤੁਹਾਨੂੰ ਆਪਣੇ ਅੰਦਰ ਹੀ ਝਾਤੀ ਮਾਰਨੀ ਪਵੇਗੀ। ਪਹਿਲਾ ਬੰਦ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਭਗਤ ਜੀ ਆਖਦੇ ਨੇ
ਮੈਂ ਆਪਣੀ ਕਾਇਆ ਦੇ ਅੰਦਰ, ਆਪਣੇ ਸਰੀਰ ਦੇ ਅੰਦਰ ਹੀ ਖੋਜ ਕਰਦਾ ਹਾਂ। ਮੇਰੇ ਵਾਸਤੇ ਇਹ ਜਿਹੜਾ ਸਰੀਰ ਹੈ ਇਹ ਦੇਵਾਲਿਆ ਬਣ ਗਿਆ, ਭਾਵ ਇੱਕ ਬੜਾ ਖੂਬਸੂਰਤ ਮੰਦਰ ਬਣ ਗਿਆ ਹੈ। ਮੈਨੂੰ ਹੋਰ ਬਾਹਰ ਸੰਸਾਰ ਦੇ ਅੰਦਰ ਧਾਰਮਿਕ ਸਥਾਨਾਂ ਤੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਹੋਰ ਜੋ ਆਪਾਂ ਆਸ਼ਰਮ ਬਣਾ ਲਏ ਨੇ ਦੁਨੀਆ ਦੇ ਵਿੱਚ, ਭਗਤ ਜੀ ਆਖਦੇ ਨੇ ਮੈਨੂੰ ਜਾਣ ਦੀ ਜ਼ਰੂਰਤ ਨਹੀਂ ਰਹੀ। ਕਿਵੇਂ? ਇਹ ਨਹੀਂ ਕਿ ਮੈਂ ਸਾਧ ਸੰਗਤ ਕਰਨ ਨਹੀਂ ਜਾਂਦਾ, ਜਾਣ ਦੀ ਜ਼ਰੂਰਤ ਭਾਵ ਮੈਂ ਪ੍ਰਭੂ ਦੀ ਭਾਲ ਵਿੱਚ ਇਹਨਾਂ ਧਰਮ ਸਥਾਨਾਂ ਤੇ ਨਹੀਂ ਜਾਂਦਾ। ਪ੍ਰਭੂ ਦੀ ਭਾਲ ਲਈ ਮੈਂ ਆਪਣੇ ਅੰਦਰ ਹੀ ਉਤਰਦਾ ਹਾਂ। ਇਹੋ ਹੀ ਮੇਰਾ ਮੰਦਰ ਬਣ ਗਿਆ, ਮੇਰਾ ਸਰੀਰ ਕਾਇਓ ਦੇਵਾ। ਔਰ ਮੈਨੂੰ ਇਹ ਸਮਝ ਆ ਗਈ ਹੈ ਮੇਰੇ ਗੁਰੂ ਦੀ ਕਿਰਪਾ ਨਾਲ ਕਿ ਇਸ ਮੇਰੇ ਸਰੀਰ ਦੇ ਅੰਦਰ ਹੀ ਬ੍ਰਹਮ ਸਵਰੂਪ, ਪ੍ਰਕਾਸ਼ ਸਵਰੂਪ ਦੇਵਤਾ ਭਾਵ ਅਕਾਲ ਪੁਰਖ ਇਹਦੇ ਵਿੱਚ ਹੀ ਨਿਵਾਸ ਰੱਖਦਾ ਹੈ। ਸੋ ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ। ਉਹ ਆਖਦੇ ਨੇ ਕਾਇਓ ਜੰਗਮ ਜਾਤੀ, ਜੰਗਮ ਮੈਨੇ ਜੋਗੀ ਲੋਕ ਜਿਹੜੇ ਘਰ ਬਾਹਰ ਛੱਡ ਕੇ ਬਾਹਰ ਜੰਗਲਾਂ ਨੂੰ ਚਲੇ ਜਾਂਦੇ ਨੇ, ਜਾਤੀ ਮੈਨੇ ਯਾਤਰੀ ਜਿਹੜੇ ਲੋਕ ਤੀਰਥਾਂ ਉੱਤੇ ਭਰਮਣ ਕਰਦੇ ਫਿਰਦੇ ਨੇ ਤੇ ਭਟਕਦੇ ਫਿਰਦੇ ਨੇ, ਆਪਣੇ ਜੀਵਨ ਦਾ ਸਮਾਂ ਵਿਅਰਥ ਗਵਾਉਂਦੇ ਨੇ। ਉਹ ਆਖਦੇ ਨੇ ਪਰਮੇਸ਼ਵਰ ਦੀ ਭਾਲ, ਉਸ ਦੀ ਖੋਜ ਮੈਂ ਆਪਣੇ ਅੰਦਰ ਹੀ ਕਰਦਾ ਹਾਂ। ਸੋ ਪਰਮਾਤਮਾ ਦੀ ਖੋਜ ਜਦੋਂ ਮੈਂ ਆਪਣੇ ਅੰਦਰ ਕਰਦਾ ਹਾਂ, ਮੇਰੇ ਵਾਸਤੇ ਮੇਰਾ ਸਰੀਰ ਹੀ ਦੇਵਾਲਿਆ ਬਣ ਗਿਆ। ਮੇਰੇ ਵਾਸਤੇ ਮੇਰੇ ਸਰੀਰ ਵਿੱਚ ਹੀ ਉਹ ਪਰਮਪਿਤਾ ਪਰਮਾਤਮਾ ਦਾ ਨਿਵਾਸ ਹੈ। ਇਸ ਕਾਇਆ ਦੀ ਖੋਜ ਹੀ ਜੋਗੀ ਬਣਨਾ ਹੈ। ਇਸ ਕਾਇਆ ਦੇ ਅੰਦਰ ਭਾਲ ਕਰਨਾ ਹੀ ਯਾਤਰੀ ਬਣਨਾ ਮੇਰੇ ਵਾਸਤੇ ਹੈ। ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਹੁਣ ਜਿਵੇਂ ਮੰਦਰਾਂ ਦੇ ਅੰਦਰ ਧਰਮ ਸਥਾਨਾਂ ਤੇ ਲੋਕ ਦੇਵਤਿਆਂ ਦੀ ਪ੍ਰਸੰਨਤਾ ਲਈ ਧੂਪ ਦਿਖਾਉਂਦੇ ਨੇ, ਦੀਵੇ ਜਗਾ ਕੇ ਆਰਤੀਆਂ ਕਰਦੇ ਨੇ। ਨਹੀਂ ਬੇਦਾ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਕੀਤਾ ਹੈ ਕਿ ਬਹੁਤ ਸਵਾਦਲੇ ਭੋਜਨ ਬਣਾ ਕੇ ਤੇ ਆਪਣੇ ਦੇਵਤੇ ਨੂੰ ਨਿਉਤਾ ਦੇਣਾ ਕਿ ਤੂੰ ਇਸ ਨੂੰ ਖਾ, ਯਾਨੀ ਉਹਨਾਂ ਦੀ ਭਾਸ਼ਾ ਵਿੱਚ ਭੋਗ ਲਵਾਉਣਾ। ਇਹ ਪ੍ਰਥਾ ਸਾਡੇ ਵਿੱਚੋਂ ਵੀ ਅਜੇ ਨਹੀਂ ਗਈ। ਅਸੀਂ ਵੀ ਭੋਗ ਕਿਸੇ ਨਾ ਕਿਸੇ ਰੂਪ ਵਿੱਚ ਲਵਾਉਂਦੇ ਹੀ ਫਿਰਦੇ ਹਾਂ। ਅਸੀਂ ਥਾਲੀਆਂ ਵਿੱਚ ਪ੍ਰਸ਼ਾਦੇ ਪਾ ਕੇ, ਭੋਜਨ ਪਾ ਕੇ ਉੱਥੇ ਵੀ ਤੇ ਭੋਗ ਹੀ ਲਵਾ ਰਹੇ ਹਾਂ। ਵਿੱਚ ਕਿਰਪਾਨ ਫੇਰੋ ਜੀ, ਇਹਦੇ ਤੇ ਅਰਦਾਸ ਕਰੋ ਜੀ ਰੱਬ ਰੋਟੀ ਖਾ ਲਵੇ। ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਕਿਤੇ ਨਾ ਕਿਤੇ ਥਿੜਕ ਚੁੱਕੇ ਹਾਂ। ਪਰਮਾਤਮਾ ਕੋਈ ਭੋਜਨ ਨਹੀਂ ਖਾਂਦਾ, ਸਗੋਂ ਕਿਸੇ ਭੁੱਖੇ ਨੂੰ ਭੋਜਨ ਖਵਾਓ, ਉਹੀ ਭੋਜਨ ਪਰਮਾਤਮਾ ਖਾ ਰਿਹਾ ਹੋਏਗਾ। ਸਾਰੀ ਸੰਗਤ ਭੋਜਨ ਛਕ ਰਹੀ ਏ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਪਰਮੇਸ਼ਵਰ ਹੀ ਭੋਜਨ ਖਾ ਰਿਹਾ ਹੈ। ਪਰ ਉਚੇਚੇ ਤੌਰ ਤੇ ਉਹਦੇ ਲਈ ਅਰਦਾਸ ਕਰਨਾ ਇਹ ਕਿਸੇ ਤਰ੍ਹਾਂ ਵੀ ਸਿੱਖੀ ਵਿੱਚ ਵਾਜਬ ਨਹੀਂ ਮੰਨੀ ਜਾਂਦੀ। ਹਾਂ, ਪ੍ਰਵਾਨਗੀ ਲਈ ਅਰਦਾਸ ਕੀਤੀ ਜਾ ਸਕਦੀ ਹੈ, ਵਾਹਿਗੁਰੂ ਜੀ ਤੁਸੀਂ ਦਇਆ ਕਰੋ, ਅਸੀਂ ਇਹ ਤੁਹਾਡੀ ਕਿਰਪਾ ਨਾਲ ਭੋਜਨ ਤਿਆਰ ਕੀਤਾ ਹੈ ਤੇ ਅਸੀਂ ਸਾਰੇ ਇਸ ਨੂੰ ਵੰਡ ਕੇ ਛਕ ਸਕੀਏ, ਇਹ ਗੱਲ ਹੋ ਸਕਦੀ ਹੈ। ਪਰ ਜਿਸ ਢੰਗ ਨਾਲ ਆਪਾਂ ਭੋਗ ਲਵਾਣੇ ਸ਼ੁਰੂ ਕੀਤੇ ਹੋਏ ਨੇ, ਭਗਤ ਪੀਪਾ ਜੀ ਇਸ ਗੱਲ ਦੀ ਮਨਾਹੀ ਕਰ ਰਹੇ ਨੇ। ਜੇ ਤੇ ਆਪਾਂ ਗੁਰਬਾਣੀ ਨਾਲ ਪਿਆਰ ਕਰਦੇ ਆਂ, ਗੁਰਬਾਣੀ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣਾ ਚਾਹੁੰਦੇ ਆਂ, ਤੇ ਇਹ ਭਰਮ ਸਾਨੂੰ ਗਵਾ ਦੇਣਾ ਚਾਹੀਦਾ। ਭੋਗ ਵਾਲਾ ਇਹ ਕੋਈ ਭੋਗ ਨਹੀਂ ਲੱਗਦਾ। ਭਗਤ ਜੀ ਕਹਿ ਰਹੇ ਨੇ, ਮੈਂ ਤੇ ਕਦੀ ਨਹੀਂ ਕਹਿ ਸਕਦਾ ਇਹ ਗੱਲ। ਭਗਤ ਜੀ ਕੀ ਆਖਦੇ ਨੇ, ਕਾਇਓ ਧੂਪ, ਇਸ ਸਰੀਰ ਦੇ ਅੰਦਰ ਦੀ ਖੋਜ ਹੀ ਮੇਰੇ ਵਾਸਤੇ ਹੁਣ ਧੂਪ ਤਖਾਣਾ ਬਣ ਗਈ ਹੈ। ਮੈਂ ਧੂਪਾਂ ਤੁਖਾਨ ਨਹੀਂ ਜਾਂਦਾ ਮੰਦਰਾਂ ਵਿੱਚ। ਇਸ ਸਰੀਰ ਦੇ ਅੰਦਰ ਦੀ ਖੋਜ ਹੀ ਮੇਰੇ ਲਈ ਆਰਤੀ ਦੇ ਦੀਵੇ ਬਣ ਗਈ ਹੈ। ਮੈਂ ਹੁਣ ਆਰਤੀ ਦੀਵੇ ਜਗਾ ਕੇ ਨਹੀਂ ਜੇ ਕਰਦਾ। ਨਹੀਂ ਬੇਦਾ, ਹੁਣ ਮੈਂ ਆਪਣੇ ਉਸ ਪ੍ਰਭੂ ਨੂੰ, ਜਿਵੇਂ ਇਹ ਲੋਕ ਮੰਦਰਾਂ ਵਿੱਚ ਮੂਰਤੀਆਂ ਨੂੰ ਭੋਗ ਲਵਾਉਣ ਵਾਸਤੇ ਇਹ ਇੰਨੇ ਸਵਾਦਲੇ ਭੋਜਨ ਬਣਾ ਕੇ ਰੱਖਦੇ ਨੇ ਤੇ ਉਹਨੂੰ ਬੇਨਤੀ ਕਰਦੇ ਨੇ ਖਾ, ਪਤਾ ਨਹੀਂ ਖਾਂਦਾ ਹੈ ਕਿ ਨਹੀਂ, ਉਹ ਤੇ ਉਹ ਹੀ ਜਾਣਨ। ਪਰ ਅਸੀਂ ਇਹ ਤੇ ਸਮਝ ਹੀ ਸਕਦੇ ਹਾਂ ਵੀ ਪੱਥਰ ਦੀ ਜਾਂ ਕਾਗਜ਼ ਦੀ ਜਾਂ ਕਿਸੇ ਹੋਰ ਚੀਜ਼ ਦੀ ਬਣੀ ਹੋਈ ਮੂਰਤੀ ਉਹ ਕਿਵੇਂ ਖਾ ਸਕਦੀ ਹੈ। ਇਹ ਤੇ
ਇੱਕ ਜਨਰਲ ਨੌਲੇਜ ਦੀ ਗੱਲ ਹੈ ਕਿ ਅਸੀਂ ਕਿਸੇ ਪੱਥਰ ਨੂੰ ਲਿਆ ਕੇ ਆਖੀਏ ਵੀ ਤੂੰ ਰੋਟੀ ਖਾ, ਕਿੰਨੀ ਅਣਜਾਣਤਾ ਵਾਲੀ ਗੱਲ ਹੋਏਗੀ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਸੋ ਭਗਤ ਜੀ ਆਖਦੇ ਨੇ, ਮੇਰੇ ਲਈ ਇਸ ਸਰੀਰ ਦੀ ਖੋਜ ਹੀ ਦੇਵਤਿਆਂ ਨੂੰ ਭੋਜਨ ਛਕਣ ਲਈ ਨਿਉਂਤਾ ਦੇਣਾ ਹੈ। ਕਾਇਓ ਪੂਜੋਂ ਪਾਤੀ, ਮੈਂ ਹੁਣ ਕਿਸੇ ਹੋਰ ਢੰਗ ਦੇ ਨਾਲ ਪੂਜਾ ਕਰਨ ਲਈ ਵੀ ਕਿਸੇ ਮੰਦਿਰ ਵਿੱਚ ਨਹੀਂ ਜਾਂਦਾ। ਮੈਂ ਕੋਈ ਪੱਤੇ ਰੱਖ ਕੇ, ਕੋਈ ਥਾਲੀ ਵਿੱਚ ਫੁੱਲ ਪਰੋਸ ਕੇ ਕੋਈ ਪੂਜਾ ਨਹੀਂ ਕਰਦਾ। ਹੁਣ ਜਦੋਂ ਅਸੀਂ ਫੁੱਲਾਂ ਦੀ ਗੱਲ ਕਰਦੇ ਹਾਂ, ਪੱਤਿਆਂ ਦੀ ਗੱਲ ਕਰਦੇ ਹਾਂ, ਤੇ ਅੱਜ ਗੁਰੂ ਘਰਾਂ ਵਿੱਚ ਕਰੋੜਾਂ ਰੁਪਈਆਂ ਦਾ ਬਿਜ਼ਨਸ ਕੇਵਲ ਫੁੱਲਾਂ ਦਾ ਚੱਲਦਾ ਹੈ ਪਿਆ, ਜਦੋਂ ਕਿ ਗੁਰਬਾਣੀ ਰੋਕ ਰਹੀ ਹੈ। ਤੇ ਅਸੀਂ ਬੂਹੇ ਦੇ ਸਾਹਮਣੇ ਏਡੇ ਏਡੇ ਵੱਡੇ ਸਟਾਲ ਲਾਏ ਹੁੰਦੇ ਨੇ ਫੁੱਲਾਂ ਦੀਆਂ, ਟਰੱਕਾਂ ਦੇ ਟਰੱਕ ਸਵੇਰੇ ਸਵੇਰੇ ਆ ਜਾਂਦੇ ਨੇ। ਇਹ ਕੀ ਹੋ ਰਿਹਾ ਸਾਰਾ? ਕਿਤੇ ਅਸੀਂ ਗੁਰਮਤਿ ਤੋਂ ਥਿੜਕ ਤਾਂ ਨਹੀਂ ਗਏ? ਕਿਤੇ ਅਸੀਂ ਗੁਰਮਤਿ ਤੋਂ ਇੰਨੀ ਦੂਰ ਤੇ ਨਹੀਂ ਚਲੇ ਗਏ ਕਿ ਹੁਣ ਨੇੜੇ ਆਉਣਾ ਹੀ ਸਾਡੇ ਲਈ ਮੁਸ਼ਕਿਲ ਹੋ ਗਿਆ? ਲੱਗਦਾ ਤੇ ਇਸੇ ਤਰ੍ਹਾਂ ਹੀ ਹੈ। ਭਗਤ ਜੀ ਆਖਦੇ ਨੇ, ਹੁਣ ਮੈਂ ਫੁੱਲਾਂ ਤੇ ਪੱਤਿਆਂ ਨਾਲ ਪਰਮੇਸ਼ਰ ਦੀ ਪੂਜਾ ਨਹੀਂ ਕਰਦਾ, ਸਗੋਂ ਆਪਣੇ ਅੰਦਰ ਦੀ ਖੋਜ ਕਰਨਾ ਹੀ ਮੇਰੇ ਵਾਸਤੇ ਪ੍ਰਭੂ ਦੀ ਪੂਜਾ ਬਣ ਗਈ ਹੈ। ਸੋ ਇਹ ਬੰਦ ਜਿਹੜਾ ਸ਼ਬਦ ਤੇ ਸਾਰੇ ਹੀ ਬੜੇ ਕੀਮਤੀ ਨੇ, ਪਰ ਇਹ ਬੰਦ ਇੰਨਾ ਕੀਮਤੀ ਹੈ ਕਿ ਸਾਨੂੰ ਸਾਡੇ ਸਹੀ ਰਸਤੇ ਤੇ ਲਿਆਉਣ ਦੇ ਸਮਰੱਥ ਹੈ, ਜੇ ਅਸੀਂ ਆਉਣਾ ਚਾਹੀਏ। ਜੇ ਆਉਣਾ ਹੀ ਨਹੀਂ ਚਾਹੁੰਦੇ ਫਿਰ ਤੇ ਗੱਲ ਵੱਖਰੀ ਹੈ ਕਿ ਕੋਈ ਕਿਸੇ ਨੂੰ ਕੀ ਆਖ ਸਕਦਾ ਤੇ ਕੋਈ ਕੀ ਕਰ ਸਕਦਾ ਹੈ। ਪਰ ਭਗਤ ਜੀ ਨੇ ਬੜਾ ਹੀ ਸਪਸ਼ਟ ਕਰ ਦਿੱਤਾ ਹੈ ਕਿ ਮੇਰੇ ਵਾਸਤੇ ਆਪਣੇ ਸਰੀਰ ਦੀ ਖੋਜ ਹੀ, ਆਪਣੇ ਅੰਤਰ ਉਤਰਨਾ ਹੀ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੀ, ਗੁਰੂ ਦੀ ਸਿੱਖਿਆ ਤੇ ਚੱਲਣਾ ਹੀ ਇਹ ਸਭ ਕੁਝ ਹੋ ਗਿਆ। ਤੇ ਅਖੀਰਲੇ ਬੰਦ ਵਿੱਚ ਉਹਨਾਂ ਨੇ ਆਖਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਸਾਰੇ ਬ੍ਰਹਮੰਡ ਦੇ ਵਿੱਚ ਪ੍ਰਭੂ ਜੀ ਸਮਾਏ ਹੋਏ ਨੇ, ਉਹ ਹੀ ਪ੍ਰਭੂ ਜੀ ਸਾਡੇ ਸਰੀਰ ਵਿੱਚ ਵੀ ਸਮਾਏ ਹੋਏ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਪਰ ਜੋ ਖੋਜੈ ਸੋ ਪਾਵੈ। ਇਸ ਦੀ ਪ੍ਰਾਪਤੀ ਕੇਵਲ ਉਸ ਨੂੰ ਹੋਣੀ ਹੈ ਜਿਹੜਾ ਸਰੀਰ ਦੇ ਅੰਦਰ ਖੋਜ ਕਰੇਗਾ। ਬਾਹਰ ਦੀ ਖੋਜ ਤੋਂ ਭਗਤ ਜੀ ਨੇ, ਗੁਰਮਤਿ ਨੇ ਸਾਨੂੰ ਮਨਾ ਕੀਤਾ ਹੈ। ਪੀਪਾ ਪ੍ਰਾਣਵੈ, ਪ੍ਰਾਣਵੈ ਦਾ ਮਤਲਬ ਹੈ ਬੇਨਤੀ ਕਰਦਾ ਹੈ। ਭਗਤ ਪੀਪਾ ਬੇਨਤੀ ਕਰਦਾ ਹੈ, ਪਰਮ ਤਤ ਹੈ। ਪਰਮ ਤਤ ਉਹ ਪ੍ਰਭੂ ਪਰਮੇਸ਼ਵਰ ਜੋ ਸਭ ਤੋਂ ਵੱਡਾ ਤਤ ਹੈ। ਸਾਡੇ ਕੋਲ ਸੰਸਾਰ ਦੇ ਵਿੱਚ 5 ਤਤ ਮੰਨੇ ਜਾਂਦੇ ਨੇ, ਪਰ ਇਹ 5 ਤਤ ਪੈਦਾ ਕਿੱਥੋਂ ਹੋਏ ਨੇ? ਉਸ ਪਰਮ ਤਤ ਤੋਂ, ਪਰਮ ਸ਼ਕਤੀ ਤੋਂ, ਪਰਮ ਸੱਤਾ ਤੋਂ, ਪ੍ਰਭੂ ਤੋਂ। ਪਰਮਾਤਮਾ ਹੀ ਸਭ ਤੋਂ ਵੱਡਾ ਤੇ ਮਹਾਨ ਤਤ ਹੈ। ਸਤਿਗੁਰ ਹੋਏ ਲਖਾਵੈ, ਇਹ ਤੇ ਉਸ ਨੂੰ ਹੀ ਪਤਾ ਲੱਗੇਗਾ ਜਿਹੜਾ ਸਤਿਗੁਰੂ ਵਾਲਾ ਬਣੇਗਾ, ਜਿਹੜਾ ਸਤਿਗੁਰੂ ਦੇ ਕੋਲ ਆਏਗਾ, ਉਹਦਾ ਸਤਿਗੁਰੂ ਹੋਏਗਾ ਤੇ ਉਸ ਨੂੰ ਦੱਸ ਦੇਵੇਗਾ ਕਿ ਭਾਈ ਉਹ ਪਰਮ ਤਤ ਤੇਰੇ ਅੰਦਰ ਹੀ ਮੌਜੂਦ ਏ, ਤੈਨੂੰ ਬਾਹਰ ਭਟਕਣਾ ਨਹੀਂ ਚਾਹੀਦਾ। ਜੇ ਉਸ ਪਰਮ ਤਤ ਤੱਕ ਤੂੰ ਪਹੁੰਚਣਾ ਚਾਹੁੰਦਾ ਏ ਤੇ ਆਪਣੇ ਅੰਦਰ ਖੋਜ ਪ੍ਰਾਰੰਭ ਕਰ, ਆਪਣੇ ਅੰਦਰ ਯਾਤਰਾ ਸ਼ੁਰੂ ਕਰ। ਆਪਣੀ ਯਾਤਰਾ ਜਨਮ ਤੋਂ ਲੈ ਕੇ ਮਰਨ ਤੱਕ ਬਾਹਰ ਹੁੰਦੀ ਹੈ। ਚਾਹੇ ਅਸੀਂ ਅੱਖਾਂ ਨਾਲ ਯਾਤਰਾ ਕਰਦੇ ਹਾਂ, ਚਾਹੇ ਅਸੀਂ ਕੰਨਾਂ ਨਾਲ ਕਰਦੇ ਹਾਂ, ਚਾਹੇ ਸਾਡੇ ਕਰਮ ਤੇ ਗਿਆਨ ਇੰਦਰੇ ਕੋਈ ਵੀ ਲੈ ਲਓ, ਸਾਡੀ ਯਾਤਰਾ ਬਾਹਰ ਮੁਖੀ ਹੈ, ਹਮੇਸ਼ਾ ਹੀ ਬਾਹਰ ਮੁਖੀ ਹੈ। ਅਸੀਂ ਬਾਹਰ ਹੀ ਸਭ ਕੁਝ ਭਾਲਦੇ ਹਾਂ। ਬਾਹਰ ਬਹੁਤ ਕੁਝ, ਇਸ ਤਰ੍ਹਾਂ ਹੈ ਨਹੀਂ ਕਿ ਬਾਹਰ ਕੁਝ ਵੀ ਨਹੀਂ। ਬਾਹਰ ਵੀ ਪਰਮੇਸ਼ਵਰ ਦਾ ਨਿਵਾਸ ਹੈ, ਪਰ ਉਹਦੀ ਜੇ ਭਾਲ ਕਰਨੀ ਹੋਵੇ ਤੇ ਸਾਨੂੰ ਨੇਤਰ ਬੰਦ ਕਰਕੇ ਆਪਣੇ ਅੰਦਰ ਸੁਰਤੀ ਦੇ ਮਾਰਗ ਤੇ ਚੱਲਣਾ ਹੋਏਗਾ। ਗੁਰੂ ਸਾਹਿਬ ਨੇ ਬੜਾ ਸਪਸ਼ਟ ਬਚਨ ਲਿਖਿਆ ਹੋਇਆ ਹੈ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ। ਸੁਰਤੀ ਦੇ ਰਸਤੇ ਤੇ ਤੁਰ ਕੇ ਜਦੋਂ ਇਹ ਮਨੁੱਖ ਆਪਣੀ ਨਿਗਾਹ ਨੂੰ, ਆਪਣੀ ਵਿਚਾਰ ਨੂੰ, ਆਪਣੀ ਸੋਚ ਨੂੰ ਉਲਟੀ ਕਰਦਾ ਹੈ, ਭਾਵ ਇਹਨੂੰ ਉਲਟਾ ਲੈਂਦਾ ਹੈ, ਬਾਹਰ ਮੁਖੀ ਤੋਂ ਅੰਤਰਮੁਖੀ ਕਰਦਾ ਹੈ, ਉਦੋਂ ਇਹ ਪ੍ਰਭੂ ਦੀ ਪ੍ਰਾਪਤੀ ਦੇ ਰਸਤੇ ਤੇ ਚੱਲ ਪੈਂਦਾ ਹੈ। ਸੋ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਰਾਹੀਂ ਤੇ ਭਗਤ ਪੀਪਾ ਜੀ ਦੇ ਸ਼ਬਦ ਰਾਹੀਂ ਇਹ ਗੱਲ ਸਮਝ ਰਹੇ ਹਾਂ
कि परमात्मा जी का निवास साडे अंदर है। परमात्मा बाहर भी वसदा है, पर उसकी प्राप्ति हमेशा ही साडे अंदरों हुंदी है। ते अंदरों हुंदी है गुरु की सिक्ख्या ते चल के, वहिमां भरमां दा त्याग करके, ते होर जिहो जे कर्म असीं कमा रहे हां उन्हां नूं छड्ड के अंतरमुखी रब नाल सुरत जोड़िया सानू रब की प्राप्ति हो जाती है। आओ असीं बंद नंबर 2 समझते हैं। सतगुरु गुरु अमरदास महाराज फरमाउंदे ने, हौमै मार बज्र कपाट खुलाया। गल चलदी अंदर दी यात्रा दी। हर पासे नूं जाण लई कोई रस्ता हुंदा है। जदों आपां घरों गुरुद्वारे नूं निकलदे हां, आखिर घरों जिवें ही असीं बाहर एक कदम रखदे हां ते असीं किसी रस्ते ते खड़े हुंदे हां। जे उस रस्ते विच वड्डे वड्डे पत्थर रख दिते गए होण, रस्ता टोटली बंद कर दिता गया होवे, बैरीयर लगा दिता गया होवे, उत्थे बंदे खड़े कर दिते होण कि बाहर नहीं निकलन देना किसी नूं, असीं बेवस हो जावांगे। असीं गुरुद्वारे पहुंच नहीं पावांगे, क्योंकि साडा रस्ता ब्लॉक कर दिता गया है। हुण असीं अंदर दे रस्ते दी गल वेखीए। असीं जिवें ही अंदर दी यात्रा प्रारंभ करांगे, अपने नेत्रां नूं बंद करांगे, साडी सुरत अंदर वल जानी शुरू होएगी। जिवें ही सुरत अंदर नूं जाएगी ते इत्थे बज्र कपाट किहड़ा है, किस चीज ने साडे रस्ते नूं रोकिया होया है? ਉਹ है परमेश्वर की पैदा की हुई माया। माया तो भाव केवल रुपया पैसा नहीं, हर चीज जो दिसदी अनदिसदी सानू प्रभु तो दूर ले जांदी उसनू माया आखदे ने। इस माया ने साडे रस्ते विच बज्र कपाट खड़े कीते हुए ने। ऐसा पक्का उत्थे कोई इन्ने बैरीयर लगा दिता है जिहड़ा तोड़ना असंभव ते नहीं, पर बड़ा ही मुश्किल है। इसे लिए गुरु साहब उसनू बज्र कपाट आखदे ने। जिवें ही असीं ध्यान अपना इस जगह ते लियाउने आ, अंदर सुरत जांदी ही नहीं। कदी ये काम वल भजदी है, कदी ये क्रोध वल भजदी है, कदी लोभ मोह ते अहंकार इहदे ग्रस लैंदे ने। साडी सुरत असीं कोशिश कर रहे हैं अंदर जाए, पर ये जिहड़े 5 दुश्मन साडे इसे ही दरवाजे ते सब तो पहला खलोते हुए ने, ਉਹ ਇਸ ਨੂੰ ਅੰਦਰ ਜਾਣ ਹੀ ਨਹੀਂ ਦਿੰਦੇ। ਉਹਨਾਂ ਨੇ ਰਸਤਾ ਹੀ ਰੋਕਿਆ ਹੋਇਆ ਹੈ। ਹਉਮੈ ਮਾਰ ਬੱਜਰ ਕਪਾਟ ਖੁਲਾਇਆ। ਕੀ ਇਹ ਬੱਜਰ ਕਪਾਟ ਖੁੱਲ ਵੀ ਸਕਦਾ ਹੈ ਕਿ ਨਹੀਂ? ਗੁਰੂ ਸਾਹਿਬ ਆਖਦੇ ਨੇ ਖੁੱਲ ਸਕਦਾ ਹੈ। ਐਸਾ ਨਹੀਂ ਕਿ ਇਹ ਅਸੰਭਵ ਹੈ। ਤੇ ਖੋਲਣ ਦਾ ਤਰੀਕਾ ਸਤਿਗੁਰੂ ਕੀ ਹੈ? ਸਤਿਗੁਰੂ ਆਖਦੇ ਨੇ ਹਉਮੈ ਮਾਰ। ਇਸ ਅਪਨਤ ਨੂੰ ਖਤਮ ਕਰ। ਸਭ ਤੋਂ ਪਹਿਲੀ ਗੱਲ ਹੈ, जिन्ना चिर साडे अंदर मैं मेरी दी भावना टिकी हुई है कि मैं दूजियां नालों कुछ श्रेष्ठ हाँ, मैं दूजियां नालों कुछ चंगा हाँ, मैं बड़े धर्म दे कारज करदा हाँ, मैं ये ते मैं वो, बहुत कुछ तुसी आप ही जानदे हो, ये सब कुछ साडे मन विच निवास रखदा है। जिन्ना चिर ये मैं मेरी दी भावना साडे मन विच बनी रहिंदी है, उन्ना चिर ये बज्र कपाट नहीं जे खुलण वाला। इस बज्र कपाट नूं खोलण लई अपनत ते मैं मेरी दी भावना नूं त्यागना ही पवेगा। इस नूं त्याग के बज्र कपाट खुलाया। खोलिया नहीं इत्थे लिखिया, खुलाया लिखिया। जे हुण असीं अंदर कुंडा बाहरों बंद है, असीं अंदर बैठे बाहरों कुंडा नहीं खोल सकते, पर जे असी बाहर हाँ ते दरवाजा किसी ने अंदरों बंद किया ते कुंडी लगाई है, असी बाहरों भी नहीं खोल सकते। जिहड़ा अंदर वाला है वो ही खोलेगा ते असी अंदर जा सकांगे। साडे अंदर प्रभु जी ने उन्हां ने कुंडी अंदरों लगाई हुई है। सच्चाई ते ये हुई है, परमात्मा ने साडे अंदर बैठ के इस शरीर रूप अंदरले दरवाजे नूं बंद करके अंदरों चिटकनी उत्ते चढ़ा दिती है कि अंदर ना वड़ सके। उत्थे दरवाजे ते 5 पहरेदार खिलारे हुए ने भी तुसीं इहनूं अंदर आउण ही नहीं देना। हुण बज्र कपाट खुलाया, खोलिया नहीं, खुलाया। खिलाउण लई सानू दरवाजे तो बाहर खड़े हो के अंदरले नूं पुकार करनी पएगी।
ਵੀ ਮੈਂ ਤੇ ਬਾਹਰ ਠੰਡ 'ਚ ਮਰ ਚੱਲਿਆ, ਦਰਵਾਜ਼ਾ ਖੋਲ ਮੈਂ ਅੰਦਰ ਆਵਾਂ, ਮੈਨੂੰ ਤੇ ਬਾਹਰ ਬੜੀ ਮੁਸੀਬਤ ਬਣੀ ਹੈ, ਦਰਵਾਜ਼ਾ ਖੋਲ ਮੈਂ ਅੰਦਰ ਆ ਜਾਵਾਂ। ਜੇ ਅਸੀਂ ਪੁਕਾਰ ਕਰਾਂਗੇ ਅੰਦਰਲਾ ਸਾਡੀ ਆਵਾਜ਼ ਨੂੰ ਸੁਣ ਕੇ ਕਿ ਪਰੇਸ਼ਾਨੀ ਵਿੱਚ ਕੋਈ ਬੰਦਾ ਹੈ, ਉਹ ਖੋਲੇਗਾ ਦਰਵਾਜ਼ਾ, ਅਸੀਂ ਅੰਦਰ ਚਲੇ ਜਾਵਾਂਗੇ। ਇਸੇ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਵੀ ਪੁਕਾਰ ਕਰਨੀ ਪੈਣੀ ਹੈ, ਜਿਹਨੂੰ ਅਸੀਂ ਅਰਦਾਸ ਆਖਦੇ ਹਾਂ। ਅਰਦਾਸ ਇੱਕ ਪੁਕਾਰ ਹੈ। ਜਿਹਨੂੰ ਅਸੀਂ ਨਾਮ ਸਿਮਰਨ ਆਖਦੇ ਹਾਂ, ਨਾਮ ਸਿਮਰਨ ਇੱਕ ਪੁਕਾਰ ਹੈ। ਇਹ ਪੁਕਾਰ ਉੱਚੀ ਉੱਚੀ ਕਰਨੀ ਪੈਣੀ ਹੈ। ਤੁਸੀਂ ਆਖੋਗੇ ਕਿ ਰੱਬ ਬੋਲਾ ਹੈ। ਰੱਬ ਬੋਲਾ ਨਹੀਂ, ਰੱਬ ਸਾਡੀ ਚੁੱਪ ਕੀਤਿਆਂ ਦੀ ਪੁਕਾਰ ਵੀ ਸੁਣੇਗਾ। ਪਰ ਸਾਡਾ ਜਿਹੜਾ ਹੈ ਨਾ, ਸਾਡੀ ਆਵਾਜ਼, ਉਹ ਇਹ ਕਾਮ ਕਰੋ ਲੋਭ ਮੋਹ ਅਹੰਕਾਰ ਦਾ ਇੰਨਾ ਰੌਲਾ ਸਾਡੇ ਅੰਦਰ ਮੱਚਿਆ ਹੋਇਆ ਹੈ, ਇਹ ਕਿਸੇ ਦੂਜੇ ਨੂੰ ਸਾਡੀ ਗੱਲ ਸੁਣਨ ਹੀ ਨਹੀਂ ਦਿੰਦੇ। ਇਸੇ ਕਰਕੇ ਇਹਨਾਂ ਨੂੰ ਦਰਵਾਜ਼ੇ ਤੇ ਖੜਾ ਕੀਤਾ ਕਿ ਇਸ ਬੰਦੇ ਦੀ ਆਵਾਜ਼ ਤੁਸੀਂ ਮੇਰੇ ਤੱਕ ਆਉਣ ਹੀ ਨਾ ਦਿਆ ਜੀ। ਜੇ ਮੇਰੇ ਤੱਕ ਆਵਾਜ਼ ਪਹੁੰਚ ਗਈ ਤੇ ਮੈਂ ਇਹੋ ਜਿਹਾ ਨਹੀਂ ਆ ਕਿ ਮੈਂ ਆਵਾਜ਼ ਸੁਣ ਕੇ ਵੀ ਦਰਵਾਜ਼ਾ ਨਾ ਖੋਲਾਂਗਾ। ਜਿਵੇਂ ਹੀ ਮੇਰੇ ਕੰਨੀ ਇਸ ਮੇਰੇ ਬੱਚੇ ਦੀ ਆਵਾਜ਼ ਪੈ ਗਈ, ਮੈਂ ਭੱਜ ਕੇ ਛੇਤੀ ਨਾਲ ਦਰਵਾਜ਼ਾ ਖੋਲ ਦਿਆਂਗਾ। ਪਰ ਸਾਡੇ ਇਸ ਰੌਲੇ ਰੱਪੇ ਵਿੱਚ ਇਹ ਜਿਹੜੀ ਸਾਡੀ ਪੁਕਾਰ ਹੈ ਨਾ, ਜਿਹੜੀ ਅਸੀਂ ਸਿਮਰਨ ਰੂਪ ਵਿੱਚ ਕਰਦੇ ਹਾਂ, ਜਿਹੜੀ ਅਸੀਂ ਅਰਦਾਸ ਰੂਪ ਵਿੱਚ ਕਰਦੇ ਹਾਂ, ਇਹ ਅੰਦਰ ਤੱਕ ਪਹੁੰਚਦੀ ਹੀ ਨਹੀਂ। ਸੋ ਪਹੁੰਚਣ ਵਾਸਤੇ ਸਾਨੂੰ ਸ਼ਾਂਤ ਚਿੱਤ ਹੋਣਾ ਪਏਗਾ, ਹਉਮੈ ਨੂੰ ਮਾਰਨਾ ਪਏਗਾ, ਇਹਨਾਂ ਵਿਕਾਰਾਂ ਨੂੰ ਸ਼ਾਂਤ ਕਰਨਾ ਪਏਗਾ। ਜਿਵੇਂ ਜਿਵੇਂ ਇਹ ਸਾਰੇ ਲੋਕ ਸ਼ਾਂਤ ਹੋਣਗੇ, ਫਿਰ ਸਾਡੀ ਆਵਾਜ਼ ਅੰਦਰ ਜਾਏਗੀ। ਅੰਦਰਲਾ ਆਵਾਜ਼ ਨੂੰ ਸੁਣ ਕੇ ਇੱਕਦਮ ਆ ਕੇ ਦਰਵਾਜ਼ਾ ਖੋਲੇਗਾ। ਇਸ ਲਈ ਆਖਦੇ ਨੇ ਬੱਜਰ ਕਪਾਟ ਖੁੱਲਾਇਆ। ਮੈਂ ਆਪਣਾ ਬੱਜਰ ਕਪਾਟ ਹਉਮੈ ਨੂੰ ਮਾਰ ਕੇ ਸਤਿਗੁਰੂ ਅੱਗੇ ਦਇਆ, ਸਤਿਗੁਰੂ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਮੈਂ ਇਹ ਦਰਵਾਜ਼ਾ ਖੁਲਾ ਲਿਆ। ਜਦੋਂ ਉਹਨੇ ਦਰਵਾਜ਼ਾ ਖੋਲ ਦਿੱਤਾ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਮੈਂ ਉਸ ਅਮੋਲਕ ਨਾਮ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰ ਲਿਆ। ਹੁਣ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਏ ਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਸਾਨੂੰ ਨਾਮ ਮਿਲ ਗਿਆ, ਸਾਨੂੰ ਗੁਰੂ ਨੇ ਨਾਮ ਦਿੱਤਾ, ਅਸੀਂ ਵਾਹਿਗੁਰੂ ਜਪਦੇ ਆ, ਸਾਨੂੰ ਗੁਰੂ ਨੇ ਨਾਮ ਦਿੱਤਾ, ਅਸੀਂ ਮੂਲ ਮੰਤਰ ਜਪਦੇ ਆ, ਸਾਨੂੰ ਗੁਰੂ ਨੇ ਨਾਮ ਦਿੱਤਾ, ਅਸੀਂ ਬਾਣੀ ਪੜ੍ਹਦੇ ਆ। ਇਹ ਸਭ ਚੰਗਾ ਹੈ, ਮਾੜਾ ਨਹੀਂ। ਇਹ ਨਾਮ ਹੀ ਹੈ, ਗੁਰੂ ਨੇ ਦਿੱਤਾ, ਅਸੀਂ ਕਰਦੇ ਆ ਜੋ ਵੀ, ਇਹ ਸਭ ਭਲਾ ਹੈ, ਕੁਛ ਮਾੜਾ ਨਹੀਂ ਕਰ ਰਹੇ। ਪਰ ਆਹ ਜਿਹੜੀ ਗੱਲ ਹੈ ਨਾ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ, ਇਹ ਪ੍ਰਾਪਤ ਉਦੋਂ ਹੁੰਦਾ ਜਦੋਂ ਬੱਜਰ ਕਪਾਟ ਅੰਦਰੋਂ ਗੁਰੂ ਖੋਲ ਦੇਵੇ। ਉਸ ਤੋਂ ਪਹਿਲਾਂ ਕਿਸੇ ਨੂੰ ਕੋਈ ਨਾਮ ਨਹੀਂ ਜੇ ਮਿਲਦਾ। ਇਹ ਸਭ ਵਰਨਾਤਮਕ ਨਾਮ ਹੈ। ਵਰਨਾਤਮਕ ਤੋਂ ਮਤਲਬ ਹੁੰਦਾ ਜਿਹੜਾ ਅੱਖਰਾਂ ਵਿੱਚ ਲਿਖਿਆ ਜਾ ਸਕੇ, ਪੜ੍ਹਿਆ ਜਾ ਸਕੇ, ਜਿਹਨੂੰ ਪੜ੍ਹ ਕੇ ਬੋਲਿਆ ਜਾ ਸਕੇ। ਪਰ ਪਰਮੇਸ਼ਵਰ ਅੱਖਰਾਂ ਵਿੱਚ ਨਹੀਂ ਆਉਂਦਾ। ਪਰਮੇਸ਼ਵਰ ਇੱਕ ਉਹ ਸੱਤਾ ਹੈ ਜਿਸ ਨੂੰ ਸਾਡੇ ਤੱਕ ਪਹੁੰਚਾਉਣ ਲਈ, ਉਹ ਸੱਤਾ ਦੀ ਸਾਨੂੰ ਸੋਝੀ ਜਾਂ ਗਿਆਨ ਦੇਣ ਲਈ ਅੱਖਰ ਲਿਖਣੇ ਪੈਂਦੇ ਨੇ, ਪਰ ਉਹ ਅੱਖਰਾਂ ਵਿੱਚ ਆਉਂਦਾ ਨਹੀਂ। ਉਸ ਅੱਖਰਾਂ ਵਿੱਚ ਨਾ ਆਉਣ ਵਾਲੇ ਨਾਮ ਅੰਮ੍ਰਿਤ ਨੂੰ ਪਾਉਣ ਲਈ ਬੱਜਰ ਕਪਾਟ ਖੁਲਵਾਉਣਾ ਪਏਗਾ। ਜਦੋਂ ਬੱਜਰ ਕਪਾਟ ਗੁਰੂ ਦੀ ਕਿਰਪਾ ਨਾਲ ਖੁੱਲੇਗਾ, ਫਿਰ ਇਹ ਨਾਮ ਅਮੋਲਕ ਪ੍ਰਾਪਤ ਹੋਏਗਾ। ਉਸ ਤੋਂ ਪਹਿਲਾਂ ਨਾਮ ਅਮੋਲਕ ਪ੍ਰਾਪਤ ਨਹੀਂ ਹੁੰਦਾ, ਵਰਨ ਆਤਮਕ ਨਾਮ ਸਾਨੂੰ ਜ਼ਰੂਰ ਮਿਲ ਜਾਂਦਾ ਹੈ। ਬਿਨ ਸ਼ਬਦੈ ਨਾਮ ਨਾ ਪਾਏ ਕੋਈ, ਕਿੰਨਾ ਸਪਸ਼ਟ ਕਰ ਦਿੱਤਾ ਇੱਥੇ ਕਿ ਜਿੰਨਾ ਚਿਰ ਮਨੁੱਖ ਆਪਣੀ ਸੁਰਤ ਨੂੰ ਅੰਦਰ ਸ਼ਬਦ ਨਾਲ ਨਹੀਂ ਜੋੜਦਾ, ਉਹਨਾਂ ਚਿਰ ਕੋਈ ਵੀ ਮਨੁੱਖ, ਚਾਹੇ ਉਹ ਭੇਖ ਧਾਰ ਕੇ ਸਾਧੂ ਹੀ ਕਿਉਂ ਨਾ ਬਣਿਆ ਹੋਵੇ, ਚਾਹੇ ਉਹ ਭੇਖ ਧਾਰ ਕੇ ਗਿਆਨੀ ਹੀ ਕਿਉਂ ਨਾ ਬਣਿਆ ਹੋਵੇ, ਚਾਹੇ ਉਹ ਭੇਖ ਧਾਰਨ ਕਰਕੇ ਕੋਈ ਪ੍ਰਚਾਰਕ ਕਿਸਮ ਦਾ ਬੰਦਾ ਹੀ ਕਿਉਂ ਨਾ ਬਣਿਆ ਹੋਇਆ ਹੋਵੇ, ਨਾਮ ਨਹੀਂ ਜੇ ਮਿਲਦਾ। ਬਿਨ ਸ਼ਬਦ ਹੈ, ਗੁਰੂ ਦੀ ਸਿੱਖਿਆ ਤੋਂ ਬਿਨਾ ਜਿੰਨਾ ਚਿਰ ਮਨੁੱਖ ਇਸ ਦਰਵਾਜ਼ੇ ਨੂੰ ਅੰਦਰੋਂ ਨਹੀਂ ਖੁਲਾ ਲੈਂਦਾ ਗੁਰੂ ਕੋਲੋਂ, ਉਹਨਾਂ ਚਿਰ ਇਹ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਪ੍ਰਾਪਤ ਨਹੀਂ ਹੁੰਦਾ। ਕਿਰਪਾ ਮਨ ਵਸਾਵਣਿਆ, ਇਹ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਗੁਰੂ ਦੀ ਕਿਰਪਾ ਦੁਆਰਾ ਹੀ ਮਨ ਵਿੱਚ ਵਸਾਉਣ ਵਾਲੇ ਬਣੀਦਾ ਹੈ। ਇਸ ਤੋਂ ਬਿਨਾ ਹੋਰ ਕੋਈ ਚਾਰਾ ਤੇ ਹੋਰ ਕੋਈ ਤਰੀਕਾ ਨਹੀਂ।
ਸੋ ਸਤਿਗੁਰੂ ਜੀ ਨੇ ਸਾਨੂੰ ਅੱਜ ਦੀ ਇਸ ਵਿਚਾਰਧਾਰਾ ਵਿੱਚ, ਜਿਹਦੇ ਵਿੱਚ ਆਪਾਂ ਸ਼ਬਦ ਨੰਬਰ 25 ਦੇ 2 ਬੰਦ ਤੇ ਇੱਕ ਰਹਾਉ ਵਾਲਾ ਬੰਦ ਸਮਝਿਆ ਹੈ, ਉਸ ਦੇ ਨਾਲ ਨਾਲ ਆਪਾਂ ਭਗਤ ਪੀਪਾ ਜੀ ਦਾ ਸ਼ਬਦ ਸਮਝਿਆ ਹੈ। ਇਹਨਾਂ ਸ਼ਬਦਾਂ ਰਾਹੀਂ ਸਾਨੂੰ ਗੁਰਬਾਣੀ ਨੇ ਇਹ ਸੇਧ ਬਖਸ਼ੀ ਏ ਕਿ ਪਰਮੇਸ਼ਵਰ ਜੀ ਸਾਡੇ ਅੰਦਰ ਵੀ ਨੇ, ਸਾਡੇ ਬਾਹਰ ਵੀ ਨੇ। ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਏ ਤੇ ਉਹਦੀ ਪ੍ਰਾਪਤੀ ਵਾਸਤੇ ਸਾਨੂੰ ਬੱਜਰ ਕਪਾਟ ਖੁਲਵਾਉਣਾ ਪੈਂਦਾ ਹੈ, ਤਾਂ ਅੰਦਰ ਜਾਈਦਾ ਹੈ। ਅੰਦਰ ਜਾ ਕੇ ਨਾਮ ਦੀ ਪ੍ਰਾਪਤੀ ਹੁੰਦੀ ਏ। ਜਿਵੇਂ ਨਾਮ ਦੀ ਪ੍ਰਾਪਤੀ ਹੁੰਦੀ ਏ ਤਿਵੇਂ ਸਾਨੂੰ ਅੰਮ੍ਰਿਤ ਮਿਲ ਜਾਂਦਾ ਹੈ, ਜਿਹੜਾ ਸਾਨੂੰ ਮ੍ਰਿਤੂ ਰਹਿਤ ਕਰ ਦਿੰਦਾ ਹੈ। ਅਸੀਂ ਵੈਸੇ ਖੰਡੇ ਬਾਟੇ ਦੀ ਪਹੁਲ ਲੈ ਕੇ ਵੀ ਆਪਣੇ ਆਪ ਨੂੰ ਕੁਝ ਸਮਝਣ ਲੱਗ ਪੈਂਦੇ ਆ, ਉੱਥੇ ਅਸੀਂ ਗਲਤੀ ਤੇ ਹੁੰਨੇ ਆ। ਉਹ ਕੋਈ, ਮੈਂ ਨਹੀਂ ਕਹਿੰਦਾ ਵੀ ਲੈਣਾ ਨਹੀਂ ਜਾਂ ਇਸ ਤਰ੍ਹਾਂ ਦੀ ਗੱਲ, ਇਹੋ ਜੀ ਕੋਈ ਗੱਲ ਨਹੀਂ। ਉਹ ਖੰਡੇ ਦੀ ਪਹੁਲ ਹੈ, ਉਹ ਇੱਕ ਤਰ੍ਹਾਂ ਨਾਲ ਸਾਡਾ ਇਸ ਸੰਸਥਾ ਦੇ ਅੰਦਰ, ਜਿਸ ਨੂੰ ਅਸੀਂ ਗੁਰਮਤਿ ਆਖਦੇ ਆ, ਪ੍ਰਵੇਸ਼ ਹੈ, ਦਾਖਲਾ ਹੈ, ਸੰਪੂਰਨਤਾ ਨਹੀਂ ਹੈ। ਅਸੀਂ 5 ਘੁੱਟਾਂ ਖੰਡੇ ਬਾਟੇ ਦੀ ਪਹੁਲ ਦੀਆਂ ਛਕ ਕੇ ਤੇ ਆਪਣੇ ਆਪ ਨੂੰ ਸੰਪੂਰਨ ਹੋ ਗਿਆ ਮੰਨਣ ਲੱਗ ਪੈਂਦੇ ਆ, ਉੱਥੇ ਅਸੀਂ ਗਲਤੀ ਤੇ ਹਾਂ। ਸੰਪੂਰਨਤਾ ਨਹੀਂ, ਖੰਡੇ ਬਾਟੇ ਦੀ ਪਹੁਲ ਲੈ ਕੇ ਕਦਮ ਪਹਿਲਾਂ ਹੀ ਪੁੱਟਿਆ ਜਾਂਦਾ ਹੈ ਤੇ ਇੱਥੋਂ ਸ਼ੁਰੂਆਤ ਹੁੰਦੀ ਹੈ। ਗੁਰੂ ਵਾਲੇ ਬਣ ਕੇ ਗੁਰ ਦਰਸਾਏ ਮਾਰਗ ਤੇ ਚੱਲ ਕੇ ਅੱਗੇ ਤੇ ਬੜਾ ਲੰਮਾ ਸਫ਼ਰ ਹੈ ਤੇ ਸਫ਼ਰ ਬੜਾ ਹੀ ਵਿਖੜਾ ਹੈ। ਜਿਵੇਂ ਲੋਕ ਕਹਿ ਰਹੇ ਨੇ ਨਾ, ਸਿੱਖੀ ਮਾਰਗ ਬੜਾ ਹੀ ਆਸਾਨ ਹੈ, ਬੜਾ ਹੀ ਸੌਖਾ ਹੈ। ਗੁਰਬਾਣੀ ਪੜ੍ਹ ਕੇ ਵੇਖੋ, ਐਉਂ ਲੱਗਦਾ ਹੈ ਕਿ ਇਸ ਮਾਰਗ ਤੇ ਚੱਲਣਾ ਜਣੇ ਖਣੇ ਬੰਦੇ ਦੇ ਵੱਸ ਦਾ ਕੰਮ ਹੀ ਨਹੀਂ। ਖਾਸ ਕਰਕੇ ਮੇਰੇ ਵਰਗੇ ਬੰਦੇ ਲਈ ਤੇ ਬੜਾ ਹੀ ਮੁਸ਼ਕਿਲ ਹੈ। ਸੋ ਗੁਰੂ ਹੀ ਕਿਰਪਾ ਕਰੇ ਇਸ ਰਾਹ ਤੇ ਤੁਰਿਆ ਜਾਏ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨਾਲ ਮੈਂ ਸਮਾਪਤੀ ਕਰਦਾ ਹਾਂ। ਇਸ ਮਾਰਗ ਦੇ ਸੰਬੰਧ ਵਿੱਚ ਉਹ ਆਖਦੇ ਨੇ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਤੇ ਭਗਤ ਕਬੀਰ ਸਾਹਿਬ ਨੇ ਆਖਿਆ, ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਹਿ ਜਾਏ। ਇਹ ਜਿਹੜਾ ਦਰਵਾਜ਼ਾ ਇੰਨਾ ਬਰੀਕ ਏ, ਸੂਈ ਦੇ ਨੱਕੇ ਨਾਲੋਂ ਵੀ ਬਰੀਕ ਏ, ਮਨ ਹਾਥੀ ਬਣਿਆ ਬੈਠਾ, ਹੰਕਾਰ ਨਾਲ ਫੁੱਲਿਆ ਬੈਠਾ ਹੈ। ਇਸ ਸੂਈ ਦੇ ਬਰੀਕ ਨੱਕੇ ਤੋਂ ਵੀ ਬਰੀਕ ਰਸਤੇ ਵਿੱਚੋਂ ਇਹ ਬਣ ਕੇ ਹਾਥੀ ਬੈਠਾ ਹੋਇਆ ਮਨੁੱਖ ਕਿਵੇਂ ਗੁਜ਼ਰੇਗਾ? ਹੁਣ ਤੁਸੀਂ ਅੰਦਾਜ਼ਾ ਲਗਾਓ, ਇਹ ਕਿੰਨਾ ਵਿਖੜਾ ਮਾਰਗ ਏ, ਖੰਨੇ ਦੀ ਧਾਰ ਨਾਲੋਂ ਤਿੱਖਾ ਮਾਰਗ ਏ। ਇਹਦੇ ਉੱਤੇ ਚੱਲਣਾ ਇੰਨਾ ਹੀ ਮੁਸ਼ਕਲ ਹੈ ਜਿਵੇਂ ਕੋਈ ਤਲਵਾਰ ਦੀ ਧਾਰ ਉੱਤੇ ਨੰਗੇ ਪੈਰੀਂ ਚੱਲਦਾ ਹੋਵੇ। ਬਸ ਇਹ ਇੰਨਾ ਕੁ ਆਸਾਨ ਰਸਤਾ ਤੁਸੀਂ ਆਪ ਮਹਿਸੂਸ ਕਰ ਲੈਣਾ। ਇਹਦੇ ਤੇ ਚੱਲਣਾ ਜੇ ਤੇ ਭਾਈ ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਇੰਨਾ ਆਸਾਨ ਹੁੰਦਾ ਤੇ ਫਿਰ ਸਿਰ ਤਲੀ ਤੇ ਰੱਖਣ ਦੀ ਵੀ ਕੀ ਲੋੜ ਸੀ? ਫਿਰ ਤੇ ਅਸੀਂ ਜਿਹੋ ਜਿਹੇ ਹੈਗੇ ਇਸ ਤਰ੍ਹਾਂ ਦੇ ਅੱਗੇ ਚਲੇ ਜਾ ਸਕਦੇ ਸਾਂ, ਪਰ ਐਸਾ ਬਿਲਕੁਲ ਨਹੀਂ ਹੈ। ਇਹ ਖੰਨਿਓਂ ਤਿੱਖੀ ਧਾਰ ਵਾਲਾ ਰਸਤਾ ਏ। ਇਹਦੇ ਤੇ ਚੱਲਣ ਲਈ ਸਿਰ ਤਲੀ ਤੇ ਰੱਖਣਾ ਪੈਂਦਾ ਹੈ, ਭਾਵ ਆਪਣਾ ਆਪਾ ਮਿਟਾ ਦੇਣਾ ਪੈਂਦਾ ਹੈ। ਜਿਨ੍ਹਾਂ ਲੋਕਾਂ ਨੇ ਆਪਣਾ ਆਪਾ ਮਿਟਾਇਆ ਹੈ ਉਹ ਹੀ ਆਪਣੀ ਮੰਜ਼ਿਲ ਤੇ ਪਹੁੰਚ ਪਾਏ ਨੇ। ਸੋ ਸਤਿਗੁਰੂ ਸਾਡੇ ਤੇ ਦਇਆ ਕਰਨ, ਅਸੀਂ ਗੁਰੂ ਜੀ ਦੇ ਨਾਮ੍ਰਿਤ ਬਚਨਾਂ ਨੂੰ ਜੀਵਨ ਵਿੱਚ ਵਸਾ ਕੇ ਉਸ ਅੰਮ੍ਰਿਤ ਤੱਕ ਪਹੁੰਚ ਸਕੀਏ, ਜਿਹੜਾ ਅੰਮ੍ਰਿਤ ਸਾਨੂੰ ਸਦੀਵ ਕਾਲ ਲਈ ਆਤਮਿਕ ਤੌਰ ਤੇ ਜੀਵਨ ਬਖਸ਼ਿਸ਼ ਕਰ ਦੇਵੇਗਾ। ਇਹਨਾਂ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।